ਆਪਾਂ ਨੂੰ ਅਗਰ ਮਿਹਨਤ ਵਿਰਾਸਤ 'ਚ ਮਿਲੀ ਹੈ, ਅਗਰ ਬਾਬੇ ਨਾਨਕ ਨੇ ਖੇਤਾਂ 'ਚ ਵਾਹੀ ਕੀਤੀ ਆ, ਅਗਰ ਉਹਨਾਂ ਨੇ ਆਪਦਾ ਜੋ ਵੀ ਕੰਮ ਕੀਤਾ ਉਹ ਸੁੱਚੇ ਤਨ ਮਨ ਨਾਲ ਕੀਤਾ, ਪੂਰੀ ਮਤਲਬ 100% ਆਪਦਾ ਦੇ ਕੇ ਕੀਤਾ, ਤਾਂ ਉਸੇ ਲਈ ਤੇ ਚੱਲਣ 'ਚ ਹੀ ਫਾਇਦਾ। ਤਾਂ ਮੇਰਾ ਵੀ ਇਹ ਸੁਪਨਾ IIT ਖੜਗਪੁਰ ਦਾ ਉੱਥੇ ਹੀ ਪੂਰਾ ਹੋਇਆ। ਗੋਲਡ ਮੈਡਲ ਮੈਨੂੰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਿਸ ਬੈਂਗਲੌਰ 'ਤੇ ਮਿਲਿਆ ਸੀ ਔਰ ਮੈਂ ਉੱਥੇ 50 ਸਾਲ ਦਾ ਰਿਕਾਰਡ ਤੋੜਿਆ ਸੀ। ਮਤਲਬ ਮੈਂ ਪਹਿਲੀ ਸਟੂਡੈਂਟ ਸੀ ਉਸ ਯੂਨੀਵਰਸਿਟੀ ਦੀ, ਉਸ ਕਾਲਜ ਦੀ, ਜਿਹਨੂੰ ਗੋਲਡ ਮੈਡਲ ਮਿਲਿਆ ਸੀ। 50 ਸਾਲਾਂ ਦੀ ਬਣੀ ਹੋਈ ਸੀ ਯੂਨੀਵਰਸਿਟੀ, ਅੱਜ ਤੱਕ ਕਿਸੇ ਨੇ ਨਹੀਂ ਲਿਆ ਸੀ। ਪਾਪਾ ਹੋਰੀ ਘਰੇ ਪ੍ਰੋਡਕਸ਼ਨ ਕਰਦੇ ਸੀ, ਆਪਾਂ ਫਸਲਾਂ ਬੀਜਦੇ ਹਾਂ, ਠੀਕ ਹੈ। ਤਾਂ ਉਹ ਫਸਲਾਂ ਬੀਜਦੇ ਆ, ਉਹਨਾਂ ਨੂੰ ਪੈਦਾਵਾਰ ਕਰਨੀ ਆਉਂਦੀ ਆ, ਪਰ ਉਹਨਾਂ ਦਾ ਅੱਗੇ ਕੀ ਕਰਨਾ? ਆਪਣੀਆਂ ਫਸਲਾਂ ਹਾਲੇ ਵੀ ਮੰਡੀ ਸਿੱਟਦੇ ਆ, ਪਰ ਉਹਨਾਂ ਦੀ ਕਿਵੇਂ ਵੈਲਿਊ ਵਧਾ ਕੇ ਆਪਾਂ ਉਹਨੂੰ ਹੋਰ ਅੱਗੇ ਵੇਚ ਸਕਦੇ ਹਾਂ, ਕਿਵੇਂ ਉਹਨਾਂ ਦਾ ਅੱਡ ਅੱਡ ਤਰ੍ਹਾਂ ਨਾਲ ਸਟੋਰ ਕਰ ਸਕਦੇ ਹਾਂ, ਕਿਵੇਂ ਉਹਨਾਂ ਦੀ ਪ੍ਰੋਸੈਸਿੰਗ ਕਰ ਸਕਦੇ ਹਾਂ, ਉਸ ਚੀਜ਼ ਦੀ ਆਪਣੀ ਕਮੀ ਆ। ਤਾਂ ਇਹ ਰੀਜ਼ਨ ਸੀਗਾ ਕਿ ਮਤਲਬ ਘਰੇ ਪਾਪਾ ਹੋਰਾਂ ਦੀ ਜਿਹੜੀ ਹੈਲਪ ਹੋ ਜੂਗੀ ਜਾਂ ਫਿਰ ਕਿਵੇਂ, ਤਾਂ ਇਹ ਰੀਜ਼ਨ ਸੀਗਾ ਕਿ ਮੈਂ ਫੂਡ ਪ੍ਰੋਸੈਸਿੰਗ 'ਚ ਕਰਾਂ। ਪਿੰਡ 'ਚ ਰਹਿ ਰਹੇ ਹਾਂ ਕਿਉਂਕਿ ਅਸੀਂ ਜੰਮੇ ਪਲੇ ਪਿੰਡ ਦੇ ਹਾਂ, ਸਾਨੂੰ ਵੱਡਾ ਕੀਤਾ ਗਿਆ ਪਿੰਡ 'ਚ। ਤਾਂ ਜਦੋਂ ਪਿੰਡ ਨੇ ਸਾਨੂੰ ਇੰਨਾ ਕੁਛ ਦਿੱਤਾ, ਤਾਂ ਪਿੰਡ ਤੋਂ ਸਿੱਖ ਕੇ ਹੀ ਅਸੀਂ ਉੱਥੋਂ ਤੱਕ ਪਹੁੰਚੇ, ਤਾਂ ਪਿੰਡ ਨਹੀਂ ਛੱਡ ਸਕਦੇ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ, ਤੇ ਮੈਂ ਸਿਮਰਨ ਸੰਧੂ ਤੁਹਾਡਾ ਸਭ ਦਾ ਸਵਾਗਤ ਕਰਦਾ। ਸਾਡੀ ਇਹ ਵੀਡੀਓ ਤੁਸੀਂ ਪੰਜਾਬ TV ਤੇ ਵੀ ਦੇਖ ਰਹੇ ਹੋ। ਜਦੋਂ ਕੋਈ ਬੰਦਾ PhD ਕਰ ਲੈਂਦਾ, BTech ਕਰ ਲੈਂਦਾ ਜਾਂ ਸਾਇੰਸ ਦੀ ਕੋਈ ਵੀ ਪੜ੍ਹਾਈ ਕਰ ਲੈਂਦਾ, ਤਾਂ ਉਹ ਪਿੰਡ ਤੋਂ ਬਹੁਤ ਟੁੱਟਦਾ। ਪਰ ਹਰੇਕ ਨਾਲ ਆਈ ਨਹੀਂ ਹੁੰਦਾ। ਬਥੇਰੇ ਸਾਡੇ ਜਵਾਕ ਹੈਗੇ ਆ, ਧੀਆਂ ਭੈਣਾਂ ਸਾਡੀਆਂ ਬਥੇਰੀਆਂ, ਜਿਹੜੇ PhD ਕਰਕੇ, ਹੋਰ ਪੜ੍ਹਾਈ ਵੀ ਕਰਕੇ, ਫਿਰ ਵੀ ਜੁੜੇ ਪਿੰਡ ਨਾਲ ਹੀ ਆ। ਐਸੀ ਇੱਕ ਸ਼ਖਸੀਅਤ ਗੁਰਵੀਰ ਕੌਰ ਖਾਲਸਾ ਨਾਮ ਲਾਉਣੇ ਆ ਤੁਹਾਨੂੰ। ਆਓ ਭੈਣ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਵੀਰ ਜੀ। ਭੈਣੇ ਤੁਸੀਂ BTech ਕੀਤੀ, ਠੀਕ ਹੈ, MTech ਕੀਤੀ, ਉਹ ਵੀ IIT ਤੋਂ, ਫਿਰ PhD ਕੀਤੀ, ਫਿਰ ਵੀ ਪਿੰਡ 'ਚ ਰਹਿ ਰਹੇ ਹੋ। ਹਾਂਜੀ ਹਾਂਜੀ, ਪਿੰਡ 'ਚ ਰਹਿ ਰਹੇ ਹਾਂ ਕਿਉਂਕਿ ਅਸੀਂ ਜੰਮੇ ਪਲੇ ਪਿੰਡ ਦੇ ਹਾਂ, ਸਾਨੂੰ ਵੱਡਾ ਕੀਤਾ ਗਿਆ ਪਿੰਡ 'ਚ। ਤਾਂ ਜਦੋਂ ਪਿੰਡ ਨੇ ਸਾਨੂੰ ਇੰਨਾ ਕੁਛ ਦਿੱਤਾ, ਤਾਂ ਪਿੰਡ ਤੋਂ ਸਿੱਖ ਕੇ ਹੀ ਅਸੀਂ ਉੱਥੋਂ ਤੱਕ ਪਹੁੰਚੇ, ਤਾਂ ਪਿੰਡ ਨਹੀਂ ਛੱਡ ਸਕਦੇ ਜੀ। ਹੁਣ ਗੱਲ ਕਰਦੇ ਹਾਂ ਆਪਾਂ ਬਾਪੂ ਜੀ ਨਾਲ। ਬਾਪੂ ਜੀ ਜਦੋਂ ਭੈਣ ਹੋਰਿਆਂ ਨੇ ਸਟੱਡੀ ਸ਼ੁਰੂ ਕੀਤੀ, ਜਦੋਂ 10ਵੀਂ ਤੋਂ ਬਾਅਦ ਇੱਥੇ ਨੇੜੇ ਸ਼ਹਿਰ 'ਚ ਗਏ, ਲੋਕਾਂ ਨੇ ਨਹੀਂ ਆਖਿਆ ਕਿ ਇਹ ਕੁੜੀਆਂ ਨੂੰ ਇੰਨਾ ਕਾਹਤੋਂ ਪੜ੍ਹਾਈ ਜਾਂਦਾ? ਇਹ ਤਾਂ ਚੱਲਦੀ ਹੈ ਪਿੰਡਾਂ 'ਚ, ਵੀ ਚਰਚਾ ਚੱਲਦੀ ਹੈ ਜੀ। ਤੇ ਪਰ ਆਪਾਂ ਤਾਂ ਇਹ ਤੋਂ ਉੱਚਾ ਉੱਠ ਕੇ ਹੀ ਕੁੜੀਆਂ ਨੂੰ ਪੜ੍ਹਾਇਆ ਜੀ। ਭੈਣੇ ਤੁਹਾਡੇ ਨਾਲ ਵੀ ਦੁਬਾਰਾ ਫਿਰ ਆ ਜਾਂਦੇ ਆ ਕਿ ਪਿੰਡ 'ਚ ਤੁਸੀਂ ਪੜ੍ਹੇ ਹੋ, ਠੀਕ ਹੈ, ਫਿਰ ਇਹ ਨੌਨ ਮੈਡੀਕਲ ਦੀ ਪਹਿਲਾਂ +1 'ਚ ਇਹ ਕਿੱਥੋਂ ਆਈ ਕਿ ਹਾਂ ਭਾਈ ਨੌਨ ਮੈਡੀਕਲ ਰੱਖਣਾ? ਅੱਛਾ, ਇਹ ਬੇਸਿਕਲੀ ਮੈਥ ਤੋਂ ਹੀ ਆਇਆ ਸੀ ਕਿ ਘਰੇ ਸਾਰਿਆਂ ਦਾ ਮੈਥ ਸਟਰੋਂਗ ਸੀ, ਹਿਸਾਬ ਕਰਦੇ ਰਹੀਦਾ ਸੀ ਨਾਲ, ਤਾਂ ਮੈਥ ਨਾਲ ਬਹੁਤ ਲਗਾਵ ਸੀ। ਤਾਂ ਉਹ ਮੈਥ ਦਾ ਲਗਾਵ ਹੀ ਸੀਗਾ ਜਿਹੜਾ ਨੌਨ ਮੈਡੀਕਲ ਸਿਲੈਕਟ ਕੀਤਾ। ਭੈਣੇ ਮੈਥ ਦਾ ਮਾਹੌਲ ਘਰੇ ਕਿਵੇਂ ਸੀ? ਇਹ ਕੀ ਗੱਲ ਜੀ ਬਣੀ? ਆਪਣੇ ਘਰਾਂ 'ਚ ਮੈਥ ਦਾ ਮਾਹੌਲ ਤਾਂ ਘੱਟ ਹੀ ਹੁੰਦਾ। ਨਹੀਂ, ਮੈਥ ਦਾ ਮਾਹੌਲ ਘਰੇ ਐਵੇਂ ਸੀ ਕਿ ਨਰਮੇ ਦਾ ਹਿਸਾਬ ਕਿਤਾਬ ਜਾਂ ਕੋਈ ਵੀ ਫਸਲ ਘਰੇ ਆਉਂਦੀ ਆ, ਜਿਵੇਂ ਨਰਮੇ 'ਚ ਬਹੁਤ ਸਾਰੇ ਚੌਣੇ ਆਉਂਦੇ ਸੀਗੇ, ਤਾਂ ਹਿਸਾਬ ਕਰਨਾ ਇੱਕ ਬੰਦੇ ਲਈ ਔਖਾ ਵੀ ਹੁੰਦਾ, ਪਰ ਇੰਟਰਸਟ ਬਣਾਉਣ ਲਈ ਅਗਰ ਜਵਾਕਾਂ ਨੂੰ ਆਪਾਂ ਨਾਲ ਜੋੜਦੇ ਹਾਂ ਕਿ ਜੋੜ ਕਰੋ, ਔਰ ਫਿਰ ਉਹਨਾਂ ਦਾ ਮੈਥ ਤੇਜ਼ ਕਰਨਾ ਕਿ ਦੇਖਦੇ ਹਾਂ ਪਹਿਲਾਂ ਕੌਣ ਕਰੂਗਾ ਔਰ ਕੌਣ ਸਹੀ ਕਰੂਗਾ, ਤਾਂ ਇਸ ਚੀਜ਼ ਨੇ ਸਾਡਾ ਮੈਥ ਬਹੁਤ ਸਟਰੋਂਗ ਕੀਤਾ। ਭੈਣੇ ਜਦੋਂ ਤੁਸੀਂ ਨੌਨ ਮੈਡੀਕਲ ਰੱਖਿਆ, ਤੇ ਫਿਰ ਟਿਊਸ਼ਨਾਂ ਕਿੰਨੀਆਂ ਕੁ ਰੱਖੀਆਂ ਸੀ? ਨਹੀਂ, ਮੈਂ ਟਿਊਸ਼ਨ ਨਹੀਂ ਪੜ੍ਹੀ। ਭੈਣੇ ਸਟੱਡੀ 'ਤੇ ਬਿਲੀਵਸ ਹੈ, ਕਿਉਂਕਿ ਮੈਂ ਹਰ ਵਾਰ ਉਹੀ ਗੱਲ ਕਹਿਣੀ ਹੁੰਦੀ ਹਾਂ, ਆਪਾਂ ਨੂੰ ਮਿਹਨਤ ਵਿਰਾਸਤ 'ਚ ਮਿਲੀ ਹੈ, ਚਾਹੇ ਉਹ ਕਿਸੇ ਵੀ ਕੰਮ 'ਚ, ਚਾਹੇ ਉਹ ਖੇਤੀ 'ਚ, ਚਾਹੇ ਘਰ ਦੇ ਕੰਮਾਂ 'ਚ, ਚਾਹੇ ਉਹ ਪੜ੍ਹਾਈ 'ਚ, ਚਾਹੇ ਕਿਸੇ ਵੀ ਕੰਮ 'ਚ। ਅਗਰ ਤੁਸੀਂ ਮਿਹਨਤ ਨਾਲ, ਲਗਨ ਨਾਲ ਕੰਮ ਕਰਦੇ ਹੋ, ਤਾਂ ਮਤਲਬ ਮੈਨੂੰ ਨਹੀਂ ਲੱਗਦਾ ਕੁਛ ਔਖਾ ਹੁੰਦਾ। ਔਰ ਮੈਥ ਸਟਰੋਂਗ ਸੀਗਾ, ਸੈਲਫ ਸਟੱਡੀ ਸੀਗੀ, ਤਾਂ ਇੰਨਾ ਹੀ ਕਾਫੀ ਸੀ ਜੀ। ਭੈਣੇ ਆਮ ਤੌਰ 'ਤੇ ਇਹਨਾਂ ਨੇ ਕਹਿੰਦੇ ਹੁੰਦੇ ਆ ਕਿ ਬਈ ਜਦੋਂ 9ਵੀਂ ਟੱਪੀ 10ਵੀਂ 'ਚ ਆਏ ਤੇ ਰਖਾ ਦਿਓ ਜਵਾਕ ਦੀਆਂ ਟਿਊਸ਼ਨਾਂ, ਤੇ ਲੱਦ ਦੋ ਵੱਡੀਆਂ ਵੱਡੀਆਂ ਕਿਤਾਬਾਂ ਦੇ ਭਾਰ ਥੱਲੇ। ਤੁਹਾਨੂੰ ਜਦੋਂ +2 ਕਰ ਲਈ, ਉਦੋਂ ਬਾਅਦ ਆਮ ਤੌਰ 'ਤੇ ਹੁੰਦਾ ਕਿ ਬਈ ਪੰਜਾਬ 'ਚ ਇੱਥੇ ਨੇੜੇ ਕੋਈ ਨਾ ਕੋਈ ਕਾਲਜ ਹੋਵੇ, ਕੁੜੀਆਂ ਲਈ ਬਾਹਰ ਜਾਣਾ ਬਹੁਤ ਔਖਾ ਹੈ, ਅਤੇ ਫਿਰ ਤੁਸੀਂ ਤਾਂ ਜਮਾਂ ਹੀ ਇੰਡੀਆ ਦੇ ਦੂਜੇ ਪਾਸੇ ਪਹੁੰਚ ਗਏ। ਉੱਥੇ ਦਾਖਲਾ ਲੈਣ ਦਾ ਕਿਵੇਂ ਸੁਝਿਆ? ਐਕਚੁਅਲੀ ਜਦੋਂ ਅਸੀਂ 12ਵੀਂ 'ਚ ਸੀ, ਤਾਂ ਕੰਪੀਟੀਸ਼ਨ 2-3 ਹੀ ਸੀ ਜਿਹੜੇ ਆਪਾਂ ਨੂੰ ਪਤਾ ਹੁੰਦੇ, IIT, AIEEE, ICR ਅਤੇ ਐਵੇਂ ਦਾ ਕੁਛ। ICR ਦਾ ਮੇਰਾ ਐਗਜ਼ਾਮ ਕਲੀਅਰ ਹੋ ਚੁੱਕਿਆ ਸੀ, AIEEE ਵੀ ਹੋਇਆ ਸੀ। AIEEE ਦੇ ਥਰੂ ਮੈਨੂੰ ਇਲੈਕਟ੍ਰੋਨਿਕਸ ਬ੍ਰਾਂਚ ਮਿਲੀ ਸੀਗੀ NIT 'ਚ। ਅਤੇ ਮੈਨੂੰ ਇਹ ਸੀਗਾ ਕਿ
ਮਤਲਬ ਇਲੈਕਟ੍ਰੋਨਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਆਪਣੇ ਘਰਦਿਆਂ ਦਾ, ਔਰ ICR ਐਗਰੀਕਲਚਰ ਦਾ ਸੀ। ਤਾਂ ਮੈਨੂੰ ਸੀਗਾ ਕਿ ਠੀਕ ਹੈ ਐਗਰੀਕਲਚਰ ਅਗਰ ਪੜ੍ਹਾਂਗੇ ਤਾਂ ਮਤਲਬ ਕੁਛ ਨਾ ਕੁਛ ਮਦਦ ਹੋਊਗੀ ਘਰੇ ਵੀ, ਔਰ ਆਪਾਂ ਨੂੰ ਸਿੱਖਾਂਗੇ ਵੀ ਛੇਤੀ, ਕਿਉਂਕਿ ਆਪਾਂ ਨੂੰ ਪਹਿਲਾਂ ਤੋਂ ਕੁਛ ਨਾ ਕੁਛ ਆਉਂਦਾ ਉਹਦੇ 'ਚ, ਹੈ ਨਾ, ਕਿਉਂਕਿ ਆਪਾਂ ਨੂੰ ਵੈਸੇ ਮਿੱਟੀ ਨਾਲ ਇੰਨਾ ਜੁੜੇ ਹੋਏ ਆ ਤਾਂ ਆਪਾਂ ਨੂੰ ਖੇਤੀ ਬਾਰੇ ਵੀ ਪਤਾ ਹੈ। ਤਾਂ ਮੈਂ ICR ਦੇ ਥਰੂ ਫਿਰ ਮੈਨੂੰ ਬੈਂਗਲੌਰ ਦਾ ਕਾਲਜ ਮਿਲਿਆ ਸੀ, ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਿਸ। ਬਹੁਤ ਵਧੀਆ ਯੂਨੀਵਰਸਿਟੀ ਹੈ। ਤਾਂ ਫਿਰ ਘਰਦਿਆਂ ਨੇ ਵੀ ਸਾਥ ਦਿੱਤਾ, ਕਹਿੰਦੇ ਜਾਓ ਜਿੱਥੇ ਮਿਲਿਆ, ਕਿਉਂਕਿ ਉਹ ਫੁੱਲ ਫੈਲੋਸ਼ਿਪ 'ਤੇ ਸੀਗਾ। NTS ਨੈਸ਼ਨਲ ਟੈਲੈਂਟ ਫੈਲੋਸ਼ਿਪ ਮਿਲੀ ਸੀ ਉਹਦੇ ਥਰੂ। ਤਾਂ ਉਹ ਫੈਲੋਸ਼ਿਪ ਦੇ ਥਰੂ ਫਿਰ ਮੈਂ ਉੱਥੇ ਪੜ੍ਹਾਈ ਕੀਤੀ। ਭੈਣੇ ਆਮ ਤੌਰ ਤੇ ਕਿਹਾ ਜਾਂਦਾ ਕਿ ਜਦੋਂ +2 ਨਾਨ ਮੈਡੀਕਲ ਕਰ ਲਈ, ਕੁੜੀਆਂ ਨੂੰ ਜਾਂ ਤਾਂ ਕੰਪਿਊਟਰ ਨਾਲ ਦਵਾ ਦਿਓ, ਠੀਕ ਹੈ, ਜਾਂ ਕੋਈ ਨਾ ਕੋਈ ਹੋਰ ਸੌਖਾ ਜਾਂ IT ਦਾ ਜਾਂ ਉਹ ਜਾਂ ਕੋਈ ਨਾ ਕੋਈ ਸਬਜੈਕਟ ਦਵਾ ਦਿਓ ਇੰਜੀਨੀਅਰਿੰਗ ਵਾਸਤੇ। ਤੁਸੀਂ ਦੁਬਾਰਾ ਫਿਰ ਖੇਤੀਬਾੜੀ ਨਾਲ ਜੁੜ ਗਏ। ਚਲੋ ਆਪਾਂ ਹੁਣ ਅੱਗੇ ਗੱਲ ਕਰਦੇ ਹਾਂ ਕਿ ਤੁਸੀਂ ਸਾਊਥ 'ਚ ਪਹੁੰਚ ਗਏ, ਅਤੇ ਉੱਥੇ ਭੈਣੇ ਪੰਜਾਬੀ ਬੰਦੇ ਦਾ ਸਾਊਥ 'ਚ ਪਹੁੰਚਣਾ, ਪੰਜਾਬੀ ਤਾਂ ਸੁੱਖੀ ਸੰਦੀ ਜਮਾਂ ਹੀ ਕੋਈ ਨਹੀਂ ਹੋਣਾ, ਹੋ ਸਕਦਾ ਹਿੰਦੀ ਵਾਲਾ ਵੀ ਕੋਈ ਘੱਟ ਹੋਵੇ, ਉੱਥੇ ਦਾ ਐਕਸਪੀਰੀਅੰਸ ਕਿਵੇਂ ਰਿਹਾ? ਐਕਸਪੀਰੀਅੰਸ ਹੁਣ ਪੁੱਛੋ ਤਾਂ ਬਹੁਤ ਵਧੀਆ ਰਿਹਾ, ਪਰ ਉਦੋਂ ਦਾ ਪੁੱਛੋ ਤਾਂ ਔਕੜਾਂ ਤਾਂ ਆਈਆਂ ਹੀ ਸੀ, ਕਿਉਂਕਿ ਭਾਸ਼ਾ ਦਾ ਮੇਨ ਡਿਫਰੈਂਸ ਜਿਹੜਾ ਹੁੰਦਾ ਆਪਾਂ ਨੂੰ ਉੱਥੇ ਮਤਲਬ ਕੰਨੜ ਅਤੇ ਇੰਗਲਿਸ਼ ਇਹ ਸੀਗੀਆਂ, ਔਰ ਮੈਨੂੰ ਆਉਂਦੀ ਸੀ ਹਿੰਦੀ, ਕਿਉਂਕਿ ਮੈਂ ਹਿੰਦੀ ਮੀਡੀਅਮ 'ਚ ਪੜ੍ਹੀ ਹੋਈ ਸੀ, ਅਤੇ ਇੱਕ ਪੰਜਾਬੀ। ਆਹ ਦੋਵੇਂ ਭਾਸ਼ਾ ਦੇ ਬੰਦੇ ਤੁਹਾਨੂੰ ਉੱਥੇ ਨਹੀਂ ਮਿਲਦੇ। ਉੱਤੋਂ ਤੁਹਾਡਾ ਖਾਣ ਪੀਣ ਚੇਂਜ ਹੋ ਗਿਆ, ਅਤੇ ਮਤਲਬ ਔਕੜਾਂ ਸੀਗੀਆਂ ਨੋ ਡਾਊਟ, ਪਰ ਮੇਰੇ ਲਈ ਉੱਥੇ ਰਹਿ ਕੇ ਸਰਵਾਈਵ ਕਰਨਾ ਸੌਖਾ ਤਾਂ ਸੀ ਕਿਉਂਕਿ ਮੈਂ ਇੱਕ ਪੰਜਾਬੀ ਸੀ। ਕਿਉਂਕਿ ਪੰਜਾਬੀਆਂ ਦਾ ਬਾਹਰਲਿਆਂ ਵਾਸਤੇ ਜਿਹੜਾ ਨਜ਼ਰੀਆ ਹੈ ਉਹ ਬਹੁਤ ਸੋਹਣਾ, ਕਿਉਂਕਿ ਹਮੇਸ਼ਾ ਹੀ ਮਤਲਬ ਮੈਨੂੰ ਐਜ਼ ਐਨ ਉਹਨਾਂ ਨੇ ਮਾਡਲ ਦੀ ਤਰ੍ਹਾਂ ਦੇਖਿਆ ਕਿ ਠੀਕ ਹੈ ਤੁਹਾਡੇ ਗੁਰੂਆਂ ਨੇ ਆਹ ਕੁਛ ਕੀਤਾ, ਤਾਂ ਤੁਹਾਡੇ ਪੰਜਾਬੀ ਬਹੁਤ ਦਿਲਦਾਰ ਹੁੰਦੇ ਆ, ਬਹੁਤ ਮਿਹਨਤੀ ਹੁੰਦੇ ਆ। ਤਾਂ ਮਤਲਬ ਉਸ ਚੀਜ਼ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਵੀ ਕੀਤਾ, ਅਤੇ ਉਸ ਚੀਜ਼ ਨੇ ਅੱਗੇ ਵਧਣ ਦੀ ਕੋਈ ਮਤਲਬ ਉਹ ਵੀ ਹੈਲਪ ਵੀ ਕੀਤੀ ਅੱਗੇ ਵਧਣ 'ਚ ਵੀ। ਠੀਕ ਹੈ ਅਗਰ ਸਾਡੀ ਇਹ ਇਮੇਜ ਹੈ ਬਾਹਰ, ਤਾਂ ਉਸੇ ਇਮੇਜ ਨੂੰ ਮੇਨਟੇਨ ਵੀ ਰੱਖੀਏ। ਭੈਣੇ ਲੋਕ ਤਾਂ ਕਹਿੰਦੇ ਆ ਕਿ ਸਿੱਖਾਂ ਨਾਲ ਧੱਕਾ ਵਾਲਾ ਹੁੰਦਾ ਹੈ, ਤੁਸੀਂ ਗੱਲ ਜਮੀ ਉਦੋਂ ਉਲਟ ਕਹਿਤੀ। ਨਹੀਂ, ਮੈਂ ਹੁਣ ਵੀ ਇਹਦੇ ਉਲਟ ਕਹੂੰਗੀ, ਕਿਉਂਕਿ ਮੈਂ ਜਦੋਂ ਉੱਥੇ ਗਈ ਤਾਂ ਜੋ ਮੇਰੇ ਨਾਲ ਲੋਕਾਂ ਦਾ ਜਿਵੇਂ ਦਾ ਬਿਹੇਵੀਅਰ ਸੀਗਾ, ਜਿਵੇਂ ਉਹ ਮੈਨੂੰ ਸਮਝਦੇ ਸੀ, ਤਾਂ ਉਹ ਬਹੁਤ ਅੱਡ ਸੀਗਾ। ਕਿਉਂਕਿ ਉਹ ਆਪਣੇ ਜਿਹੜੇ ਪੁਰਖੇ ਕਰਕੇ ਗਏ ਆ, ਜਿਹੜੇ ਆਪਣੇ ਗੁਰੂਆਂ ਨੇ ਕੀਤਾ, ਜਾਂ ਜੋ ਉਹਨਾਂ ਨੇ ਪੜ੍ਹਿਆ, ਕਿਉਂਕਿ ਉੱਧਰ ਪੜ੍ਹਨ ਦਾ ਰੁਖ ਬਹੁਤ ਜ਼ਿਆਦਾ ਲੋਕ ਪੜ੍ਹਦੇ ਆ, ਤਾਂ ਜੋ ਉਹਨਾਂ ਨੇ ਪੜ੍ਹਿਆ ਉਹਨਾਂ ਦੇ ਹਿਸਾਬ ਨਾਲ ਪੰਜਾਬੀ ਬਹੁਤ ਮਿਹਨਤੀ ਹੁੰਦੇ ਆ, ਬਹੁਤ ਦਿਲਦਾਰ ਹੁੰਦੇ ਆ। ਤਾਂ ਉਹਨਾਂ ਨੇ ਉਸੇ ਵੇ ਨਾਲ ਮੈਨੂੰ ਵੀ ਟਰੀਟ ਕੀਤਾ ਕਿ ਪੰਜਾਬੀ ਆ ਤਾਂ ਇਹ ਬਹੁਤ ਦਿਲਦਾਰ ਹੁੰਦੇ ਆ, ਬਹੁਤ ਮਿਹਨਤੀ ਹੁੰਦੇ ਆ। ਤਾਂ ਮੈਨੂੰ ਸਿੱਖਾਂ ਦਾ ਮਤਲਬ ਮੈਨੂੰ ਐਵੇਂ ਦਾ ਕੁਛ ਨਹੀਂ ਹੋਇਆ ਕਿ ਜਿਵੇਂ ਉਹ ਸਿੱਖਾਂ ਨੂੰ ਵੇਖਦੇ ਆ, ਤਾਂ ਉਹ ਬਹੁਤ ਸੋਹਣੀ ਚੀਜ਼ ਹੈ ਕਿ ਹਜੇ ਵੀ ਆਪਾਂ ਉਸ ਚੀਜ਼ ਦਾ ਫਾਇਦਾ ਉਠਾ ਰਹੇ। ਮੈਨੂੰ ਇਹ ਲੱਗਿਆ ਕਿ ਮੈਂ ਜੋ ਆਪਣੇ ਪੁਰਖਿਆਂ ਨੇ ਕੀਤਾ ਉਸ ਚੀਜ਼ ਦਾ ਫਾਇਦਾ ਮੈਨੂੰ ਮਿਲ ਰਿਹਾ, ਤਾਂ ਉਹ ਇੱਕ ਰਿਸਪੌਂਸਿਬਿਲਿਟੀ ਬਣ ਜਾਂਦੀ ਹੈ ਕਿ ਅਗਰ ਤੁਹਾਨੂੰ ਸਿੱਖ ਹੋਣ ਦੇ ਨਾਤੇ ਬਹੁਤ ਜ਼ਿਆਦਾ ਤੁਹਾਨੂੰ ਇੱਜ਼ਤ ਮਿਲ ਰਹੀ ਹੈ, ਤਾਂ ਤੁਸੀਂ ਉਸ ਇੱਜ਼ਤ ਨੂੰ ਬਰਕਰਾਰ ਰੱਖਣ ਲਈ ਕੰਮ ਵੀ ਕਰੋ। ਭੈਣੇ B.Tech ਹੋ ਗਈ, ਅਤੇ ਉਦੋਂ ਬਾਅਦ IIT ਦੇ ਵਿੱਚ M.Tech ਕਰਨੀ। ਆਪਣੇ ਬਹੁਤ ਸਾਰੇ ਨਾ ਜਿਹੜੇ ਜਿਹਨਾਂ ਨੇ ਨਾਨ ਮੈਡੀਕਲ ਵੀ ਲਿਆ ਹੁੰਦਾ ਨਾ, ਉਹਨਾਂ ਦਾ ਸੁਪਨਾ ਹੁੰਦਾ ਕਿ ਯਾਰ ਕਿਤੇ IIT 'ਚ ਪਹੁੰਚ ਜਾਈਏ, ਅਤੇ ਬਹੁਤ ਸਾਰੇ ਜਵਾਕਾਂ ਨੂੰ ਤਾਂ ਪਤਾ ਹੀ ਨਹੀਂ ਕਿ IIT ਹੁੰਦੀ ਕੀ ਹੈ। ਤੁਸੀਂ ਉੱਥੇ ਸਟੱਡੀ ਵੀ ਕੀਤੀ ਗਾ, 골ਡ ਮੈਡਲ ਵੀ ਲਿਆ, ਉਹ ਕਿਵੇਂ ਸਬੱਬ ਜਿਹਾ ਬਣਿਆ? 골ਡ ਮੈਡਲ ਮੈਨੂੰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਿਸ ਬੈਂਗਲੌਰ 'ਤੇ ਮਿਲਿਆ ਸੀ, ਔਰ ਮੈਂ ਉੱਥੇ 50 ਸਾਲ ਦਾ ਰਿਕਾਰਡ ਤੋੜਿਆ ਸੀ। ਮਤਲਬ ਮੈਂ ਪਹਿਲੀ ਸਟੂਡੈਂਟ ਸੀ ਉਸ ਯੂਨੀਵਰਸਿਟੀ ਦੀ, ਉਸ ਕਾਲਜ ਦੀ, ਜਿਹਨੂੰ 골ਡ ਮੈਡਲ ਮਿਲਿਆ ਸੀ। 50 ਸਾਲਾਂ ਦੀ ਬਣੀ ਹੋਈ ਸੀ ਯੂਨੀਵਰਸਿਟੀ, ਅੱਜ ਤੱਕ ਕਿਸੇ ਨੇ ਨਹੀਂ ਲਿਆ ਸੀ। ਤਾਂ ਉਹ ਸਿਰਫ ਹਾਰਡ ਵਰਕ ਅਤੇ ਡੈਡੀਕੇਸ਼ਨ ਸੀ। ਤਾਂ ਜਦੋਂ ਆਪਾਂ ਕਿਸੇ ਵੀ ਯੂਨੀਵਰਸਿਟੀ 'ਚ ਪਹੁੰਚ ਜਾਂਦੇ, ਮਤਲਬ ਉੱਥੇ ਮੈਂ ICR ਦੇ ਥਰੂ ਪਹੁੰਚੀ ਸੀ, NTS ਫੈਲੋਸ਼ਿਪ ਸੀ, ਤਾਂ ਅਸੀਂ ਉਸ ਤੋਂ ਵੱਡੀ ਫੈਲੋਸ਼ਿਪ ਕਿਹੜੀ ਹੈ ਜਿਹਦੇ ਥਰੂ ਆਪਾਂ ਪੜ੍ਹ ਸਕਦੇ ਹਾਂ। ਤਾਂ ਉੱਥੇ ਪਤਾ ਲੱਗਿਆ ਕਿ ਗੇਟ ਦਾ ਐਗਜ਼ਾਮ ਦੇਣਾ ਪੈਣਾ। ਤਾਂ ਮੈਂ B.Tech ਦੇ ਨਾਲ ਨਾਲ ਹੀ ਗੇਟ ਦੀ ਤਿਆਰੀ ਕੀਤੀ, ਐਗਜ਼ਾਮ ਦਿੱਤਾ, ਤਾਂ ਮੇਰੀ ਆਲ ਇੰਡੀਆ ਸੈਕਿੰਡ ਰੈਂਕ ਆਈ ਸੀਗੀ ਗੇਟ ਐਗਜ਼ਾਮ ਦੇ ਵਿੱਚ। ਅਤੇ ਫਿਰ ਉਸ ਦੇ ਥਰੂ IIT ਖੜਗਪੁਰ ਦਾ ਜਿਹੜਾ ਸੁਪਨਾ ਸੀਗਾ ਉਹ ਪੂਰਾ ਹੋ ਗਿਆ, ਕਿਉਂਕਿ IIT ਖੜਗਪੁਰ ਹੀ ਐਵੇਂ ਦੀ ਹੈ ਜਿੱਥੇ ਐਗਰੀਕਲਚਰ ਪੜ੍ਹਾਉਂਦੇ, ਹੋਰ ਕਿਸੇ IIT 'ਚ ਵਿੱਚ ਐਗਰੀਕਲਚਰ ਹੈ ਨਹੀਂ ਗੀ। ਭੈਣੇ ਮਤਲਬ ਕਿ ਜਿਹੜੇ ਪਾਸੇ ਨੂੰ ਗਏ ਸੀ ਬਸ ਫੱਟੇ ਹੀ ਚੱਕੀ ਆਏ ਆ। ਮਿਹਨਤ ਸੀ, ਔਰ ਸ਼ੁਕਰ ਹੈ ਵਾਹਿਗੁਰੂ ਦਾ, ਹੋਰ ਤਾਂ ਕੀ ਕਹਿ ਸਕਦੇ ਹਾਂ। ਪਰ ਹਾਂ, ਮੈਂ ਫਿਰ ਇਹੀ ਗੱਲ ਰਿਪੀਟ ਕਰੂੰਗੀ ਕਿ ਆਪਾਂ ਨੂੰ ਅਗਰ ਮਿਹਨਤ ਵਿਰਾਸਤ 'ਚ ਮਿਲੀ ਹੈ, ਅਗਰ ਬਾਬੇ ਨਾਨਕ ਨੇ ਖੇਤਾਂ 'ਚ ਵਾਹੀ ਕੀਤੀ ਆ, ਅਗਰ ਉਹਨਾਂ ਨੇ ਆਪਦਾ ਜੋ ਵੀ ਕੰਮ ਕੀਤਾ ਉਹ ਸੁੱਚੇ ਤਨ ਮਨ ਨਾਲ ਕੀਤਾ, ਪੂਰੀ ਮਤਲਬ 100% ਆਪਦਾ ਦੇ ਕੇ ਕੀਤਾ, ਤਾਂ ਉਸੇ ਲਈ ਤੇ ਚੱਲਣ 'ਚ ਹੀ ਫਾਇਦਾ। ਤਾਂ ਮੇਰਾ ਵੀ ਇਹ ਸੁਪਨਾ IIT ਖੜਗਪੁਰ ਦਾ ਉੱਥੇ ਹੀ ਪੂਰਾ ਹੋਇਆ ਕਿ ਮਤਲਬ ਗੇਟ ਦੇ ਥਰੂ ਫਿਰ ਮੇਰਾ IIT ਖੜਗਪੁਰ ਦੇ ਵਿੱਚ ਐਡਮਿਸ਼ਨ ਹੋ ਗਿਆ ਸੀ। ਅਤੇ ਭੈਣੇ ਫਿਰ PhD ਡਾਕਟਰੇਟ ਪਿੰਡ 'ਚੋਂ ਉੱਠ ਕੇ ਤੁਸੀਂ ਡਾਕਟਰੇਟ ਕੀਤੀ ਹੈ,
ਕਿਹੜੇ ਸਬਜੈਕਟ ਤੇ ਭੈਣੇ ਤੁਸੀਂ PhD ਕੀਤੀ ਆ? ਮੇਰੀ ਐਗਰੀਕਲਚਰ ਦੇ ਵਿੱਚ ਹੀ ਫੂਡ ਪ੍ਰੋਸੈਸ ਇੰਜੀਨੀਅਰਿੰਗ ਜੀ ਤੇ ਇਹਦੇ ਪਿੱਛੇ ਵੀ ਰੀਜ਼ਨ ਸੀਗਾ ਕਰਨ ਦਾ, ਕਿਉਂਕਿ ਸਾਡੇ ਕੋਲੇ ਆਪਸ਼ਨ ਸੀਗੇ ਕਿ ਮੈਂ ਜਾਂ ਤਾਂ ਸੋਇਲ ਐਂਡ ਵਾਟਰ ਪੜ੍ਹ ਸਕਦੀ ਹਾਂ, ਫਾਰਮ ਮਸ਼ੀਨਰੀ ਪੜ੍ਹ ਸਕਦੀ ਹਾਂ, ਜਾਂ ਫੂਡ ਪ੍ਰੋਸੈਸਿੰਗ ਲੈਣ ਦਾ ਵੀ ਰੀਜ਼ਨ ਸੀਗਾ, ਕਿਉਂਕਿ ਪਾਪਾ ਹੋਰੀ ਘਰੇ ਪ੍ਰੋਡਕਸ਼ਨ ਕਰਦੇ ਸੀ, ਆਪਾਂ ਫਸਲਾਂ ਬੀਜਦੇ ਆ, ਠੀਕ ਹੈ, ਤਾਂ ਉਹ ਫਸਲਾਂ ਬੀਜਦੇ ਆ, ਉਹਨਾਂ ਨੂੰ ਪੈਦਾਵਾਰ ਕਰਨੀ ਆਉਂਦੀ ਆ, ਪਰ ਉਹਨਾਂ ਦਾ ਅੱਗੇ ਕੀ ਕਰਨਾ, ਆਪਣੀਆਂ ਫਸਲਾਂ ਹਾਲੇ ਵੀ ਮੰਡੀ ਸਿੱਟਦੇ ਆ, ਪਰ ਉਹਨਾਂ ਦੀ ਕਿਵੇਂ ਵੈਲਿਊ ਵਧਾ ਕੇ ਆਪਾਂ ਉਹਨੂੰ ਹੋਰ ਅੱਗੇ ਵੇਚ ਸਕਦੇ ਹਾਂ, ਕਿਵੇਂ ਉਹਨਾਂ ਦਾ ਅੱਡ ਅੱਡ ਤਰ੍ਹਾਂ ਨਾਲ ਸਟੋਰ ਕਰ ਸਕਦੇ ਹਾਂ, ਕਿਵੇਂ ਉਹਨਾਂ ਦੀ ਪ੍ਰੋਸੈਸਿੰਗ ਕਰ ਸਕਦੇ ਹਾਂ, ਉਸ ਚੀਜ਼ ਦੀ ਆਪਣੇ ਕਮੀ ਆ। ਤਾਂ ਇਹ ਰੀਜ਼ਨ ਸੀਗਾ ਕਿ ਮਤਲਬ ਘਰੇ ਪਾਪਾ ਹੋਰਾਂ ਦੀ ਜਿਹੜੀ ਹੈਲਪ ਹੋ ਜੂਗੀ ਜਾਂ ਫਿਰ ਕਿਵੇਂ, ਤਾਂ ਇਹ ਰੀਜ਼ਨ ਸੀਗਾ ਕਿ ਮੈਂ ਫੂਡ ਪ੍ਰੋਸੈਸਿੰਗ ਚੁਣਿਆ। ਭੈਣੇ ਤੁਹਾਡੀ PhD ਕੀਤੀ ਦਾ ਤੁਹਾਡੇ ਘਰ ਨੂੰ, ਤੁਹਾਡੇ ਪਿੰਡ ਨੂੰ ਕੋਈ ਫਾਇਦਾ ਵੀ ਹੋਇਆ? ਫਾਇਦਾ ਜੋ ਮੈਨੂੰ ਲੱਗਦਾ ਉਹ ਇਹ ਆ ਕਿ ਅਵੇਅਰਨੈਸ ਹੋ ਰਹੀ ਆ ਹੁਣ, ਮਤਲਬ ਪਿੰਡ ਨੂੰ ਤਾਂ ਇਹ ਅਵੇਅਰਨੈਸ ਹੋ ਰਹੀ ਹੈ ਕਿ ਕੁੜੀਆਂ ਕੁਝ ਵੀ ਕਰ ਸਕਦੀਆਂ, ਪੜ੍ਹ ਲਿਖ ਕੇ ਖੇਤੀ ਵੀ ਕਰ ਸਕਦੀਆਂ, ਦੂਜਿਆਂ ਨੂੰ ਪੜ੍ਹਾ ਵੀ ਸਕਦੀਆਂ, ਹੋਰ ਵੀ ਕੋਈ ਕੰਮ ਕਰ ਸਕਦੀਆਂ, ਮਤਲਬ ਉਹ ਆਪਦੇ ਆਪ 'ਤੇ ਕੰਮ ਕਰਕੇ ਹੋਰਾਂ ਨੂੰ ਵੀ ਅਵੇਅਰ ਕਰ ਸਕਦੀਆਂ। ਪਿੰਡ ਨੂੰ ਤਾਂ ਇਹ ਫਾਇਦਾ ਤੁਸੀਂ ਕਹਿ ਸਕਦੇ ਹੋ, ਤੇ ਘਰੇ ਫਾਇਦਾ ਖੇਤੀ ਦੇ ਵਿੱਚ ਥੋੜ੍ਹੇ ਸੁਧਾਰ ਹੋਣੇ ਸ਼ੁਰੂ ਹੋਏ ਆ, ਕਰੋਪ ਰੋਟੇਸ਼ਨ ਹੋਣਾ, ਜਾਂ ਫਿਰ ਜਿਵੇਂ ਹੁਣੇ ਕੋਲਡ ਸਟੋਰ ਵਗੈਰਾ ਦਾ ਯੂਜ਼, ਤੇ ਇਹ ਸਾਰੀਆਂ ਚੀਜ਼ਾਂ, ਜਾਂ ਮਸ਼ੀਨਰੀ ਸਿਲੈਕਸ਼ਨ 'ਚ ਹੀ ਹੋ ਜਾਂਦਾ, ਤਾਂ ਇਹ ਸਾਰੀਆਂ ਚੀਜ਼ਾਂ ਦਾ ਫਰਕ ਪਿਆ। ਹਾਂਜੀ ਭੈਣੇ ਆਪਾਂ ਬਾਪੂ ਜੀ ਨਾਲ ਗੱਲ ਕਰ ਲੈਂਦੇ ਹਾਂ। ਬਾਪੂ ਜੀ, ਜਦੋਂ ਭੈਣ ਸਾਊਥ ਵਾਲੇ ਪਾਸੇ ਗਏ, ਆਮ ਤੌਰ 'ਤੇ ਨਾ ਕਹਿੰਦੇ ਕਿ ਕੁੜੀ ਨੂੰ ਤਾਂ ਦੂਜੇ ਸ਼ਹਿਰ ਘੱਲਦੀ ਹੈ ਨਾ, ਉੱਥੇ ਵੀ ਔਖਾ ਹੋ ਜਾਂਦਾ ਹੈ ਕਿ ਬਈ ਪਰਿਵਾਰ ਨੂੰ ਫਿਕਰ ਰਹਿੰਦਾ। ਤੁਹਾਡਾ ਜੇਰਾ ਜਾਂ ਕਿਵੇਂ ਹੋ ਗਿਆ ਕਿ ਬਈ ਇੰਨੀ ਦੂਰ ਕੁੜੀ ਆ, ਫਿਕਰ ਨਹੀਂ ਹੁੰਦਾ ਸੀ ਪਿੱਛੇ? ਫਿਕਰ ਤਾਂ ਬਹੁਤ ਹੁੰਦਾ ਜੀ, ਤੇ ਪਰ ਇਹ ਜਦੋਂ ਆਪਣੀ ਧੀ ਸਿਆਣੀ ਆ ਜੀ ਤਾਂ ਫਿਰ ਕੋਈ ਫਿਕਰ ਵੀ ਨਹੀਂ। ਜੀ ਸਭ ਤੋਂ ਵਧੀਆ ਤਾਂ ਇਹ ਆਪਾਂ ਨੂੰ ਕੋਈ ਲਾਂਭਾ ਨਹੀਂ ਦਵਾਇਆ। ਫਿਰ ਜਿੰਨੀ ਵੀ ਪੜ੍ਹਾਈ ਕਰੀ ਆ ਟੌਪ 'ਤੇ ਕਰੀਏ, ਜੀ ਇਹ ਨਹੀਂ ਵੀ ਕਿਤੋਂ ਘੱਟ ਨੰਬਰ ਆਏ ਹੋਣ ਜਾਂ ਪੜ੍ਹਿਆ ਨਾ ਹੋਵੇ। ਬਾਕੀ ਥੋੜ੍ਹਾ ਜਿਹਾ ਇੱਕੋ ਦਿੱਕਤ ਆਈ ਸਾਨੂੰ ਵੀ ਬਿਮਾਰ ਇਹ ਬਹੁਤ ਜ਼ਿਆਦਾ ਰਹਿੰਦੀ ਹੈ ਜੀ, ਖਾਣਾ ਪੀਣਾ ਦਾ ਬਹੁਤ ਮਾੜਾ ਹੈ ਤੇ ਬਾਕੀ ਪੜ੍ਹਾਈ ਵਾਲੇ ਪਾਸਿਓਂ ਜਾਂ ਹੋਰ ਕਿਸੇ ਲਾਂਭੇ ਵਾਲੇ ਪਾਸਿਓਂ ਸਾਨੂੰ ਕੋਈ ਦਿੱਕਤ ਨਹੀਂ ਆਈਆਂ। ਸਿਰਫ ਇੱਕ ਬਿਮਾਰੀ ਵਾਲੇ ਪਾਸੇ ਤਾਂ ਸਾਨੂੰ ਆਉਂਦੀ ਰਹੀ ਆ, ਉਹ ਫਿਰ ਫੋਨ ਡੇਲੀ ਚੱਲਦਾ ਹੀ ਸੀਗਾ ਜੀ, ਹਾਂ ਪੁੱਛਣਾ ਪੈਂਦਾ ਸੀ, ਤੇ ਬਾਕੀ ਹੋਰ ਕੋਈ ਦਿੱਕਤ ਨਹੀਂ ਆਈ ਜੀ। ਬਾਪੂ, ਜਿਹੜੇ ਲੋਕ ਕਹਿੰਦੇ ਸੀਗੇ ਕਿ ਬਈ ਧੀਆਂ ਨੂੰ ਕਿੱਥੇ ਪੜ੍ਹਾਉਣਾ, ਫਿਰ ਉਹਨਾਂ ਨੂੰ ਹੁਣ ਜਵਾਬ ਨਹੀਂ ਦਿੱਤਾ? ਨਹੀਂ, ਜਵਾਬ ਤਾਂ ਆਪਾਂ ਤਾਂ ਹਰ ਕੀ ਦੇਣਾ ਸੀਗਾ ਜੀ, ਅਗਲੇ ਨੂੰ ਆਪ ਹੀ ਪਤਾ ਲੱਗਦਾ ਹੈ। ਜੀ ਕੋਈ ਵੀ ਹੈ ਦੱਸਣ ਨਾਲ ਪਤਾ ਨਹੀਂ ਲੱਗਦਾ ਗਾ, ਜੀ ਤੇ ਵੇਖਣਾ ਹੀ ਪਤਾ ਲੱਗਦਾ ਵੀ ਬੱਚਾ ਕੀ ਕਰਦਾ ਹੈ ਕੀ ਨਹੀਂ ਕਰਦਾ। ਸਭ ਪੜ੍ਹੇ ਲਿਖੇ, ਅੱਜ ਅਨਪੜ੍ਹਤਾ ਤਾਂ ਹੈ ਹੀ ਨਹੀਂ, ਵੈਸੇ ਉਨੀ ਤਾਂ ਕਹਿ ਨਹੀਂ ਸਕਦੇ ਆਪਾਂ ਅਨਪੜ੍ਹਤਾ ਹੈ, ਹਾਂ, ਤੇ ਪਰ ਨਹੀਂ ਹੁਣ ਤਾਂ ਲੋਕਾਂ ਨੂੰ ਸਭ ਨੂੰ ਪਤਾ ਹੈ ਵੀ ਕੀ ਪੜ੍ਹ ਰਹੇ। ਹੁੰਦਾ ਮਾਣ ਜਾ ਭੈਣ ਤੇ ਪੂਰਾ? ਨਹੀਂ, ਮਾਣ ਤਾਂ ਹੈ ਜੀ, ਮਾਣ ਤਾਂ ਅਕਸਰ ਕੋਈ ਵੀ ਨਾ ਚਮਕਾਉਂਦਾ ਬੱਚਾ ਤਾਂ ਮਾਣ ਤਾਂ ਫਿਰ ਉਸ 'ਤੇ ਆਉਂਦਾ ਹੀ ਆ ਜੀ। ਹਾਂ, ਬਾਕੀ ਆਪ ਹੁਣ ਭੈਣ ਨਾਲ ਦੁਬਾਰਾ ਫਿਰ ਗੱਲ ਕਰ ਲੈਂਦੇ ਹਾਂ। ਭੈਣੇ PhD ਵੀ ਕਰ ਲਈ, ਤੇ ਹੁਣ ਅੱਗੇ ਲਾਈਫ 'ਚ ਕੀ ਕਰ ਰਹੇ ਹੋ? ਮੈਂ ਬਾਏ ਪ੍ਰੋਫੈਸ਼ਨ ਐਜ਼ ਐਨ ਅਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ ਮਿਟੀ ਯੂਨੀਵਰਸਿਟੀ ਜੈਪੁਰ ਨਾਲ, ਪਰ ਨਾਲ ਦੀ ਨਾਲ ਮਤਲਬ ਇੱਕ ਜੋ ਰਿਸਪੌਂਸਿਬਿਲਿਟੀ ਆਉਂਦੀ ਹੈ ਪੜ੍ਹੇ ਲਿਖਿਆਂ 'ਤੇ ਕਿ ਆਪਾਂ ਸਮਾਜ ਤੋਂ ਲਿਆ ਤਾਂ ਆਪਾਂ ਸਮਾਜ ਨੂੰ ਕੀ ਦੇ ਰਹੇ ਹਾਂ, ਤਾਂ ਮੈਂ ਚਾਈਲਡ ਸੈਕਸ਼ੂਅਲ ਅਬਿਊਜ਼ ਅਵੇਅਰਨੈਸ ਵਰਕਸ਼ਾਪਸ ਕਰਵਾਉਣੀ ਆ, ਚਾਈਲਡ ਰਾਈਟਸ ਲਈ ਕੰਮ ਕਰਦੀ ਹਾਂ, ਔਰ ਬੱਚੇ ਚਾਈਲਡ ਲੇਬਰ ਸਰਵੇ ਕਰਕੇ ਅਸੀਂ ਬੱਚੇ ਅਡਾਪਟ ਕਰਦੇ ਹਾਂ, ਫਿਰ ਉਹਨਾਂ ਨੂੰ ਪੜ੍ਹਾਉਂਦੇ ਹਾਂ, ਉਹਨਾਂ ਦੀ ਲਾਈਫ ਸਟਾਈਲ ਬਾਰੇ ਉਹਨਾਂ ਨੂੰ ਦੱਸਦੇ ਹਾਂ, ਮਤਲਬ ਕਿ ਅੱਗੇ ਜੇ ਉਹ ਪੜ੍ਹਨਾ ਚਾਹੁੰਦੇ ਆ ਜਾਂ ਕੋਈ ਵੀ ਕੰਮ ਕਰਨਾ ਚਾਹੁੰਦੇ ਤਾਂ ਕਿਸੇ ਕਿੱਤੇ ਲਾਉਣੇ ਆ ਉਹਨਾਂ ਨੂੰ। ਅਤੇ ਉਸ ਤੋਂ ਇਲਾਵਾ ਮੇਰਾ ਅਗਲਾ ਪਲਾਨ ਜਿਵੇਂ ਆਰਗੈਨਿਕ ਫਾਰਮਿੰਗ 'ਤੇ ਚੱਲ ਰਿਹਾ, ਜਿਹੜਾ ਕੁਦਰਤੀ ਖੇਤੀ ਜਿਹੜਾ ਲੋੜ ਹੈ ਇਸ ਸਮੇਂ ਦੀ, ਤਾਂ ਇਹ ਸਾਰੇ ਕੰਮ ਚੱਲ ਰਹੇ ਨੇ ਹੁਣ। ਸਾਰੇ ਪੰਜਾਬੀਆਂ ਨੂੰ ਬਹੁਤ ਮਾਣ ਆ ਭੈਣੇ ਤੁਹਾਡੇ ਤੇ। ਸਾਡੇ ਨਾਲ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ। ਇਹ ਸੀ ਗੱਲਬਾਤ ਗੁਰਵੀਰ ਕੌਰ ਖਾਲਸਾ ਨਾਲ, ਡਾਕਟਰ ਗੁਰਵੀਰ ਕੌਰ ਖਾਲਸਾ ਨਾਲ। ਸਾਡੀਆਂ ਵੀਡੀਓ ਦੇਖਣ ਦੇ ਲਈ ਜੁੜੇ ਰਹੋ ਅੱਖਰ ਦੇ